ਕੀ ਤੁਸੀਂ ਜਾਣਦੇ ਹੋ ਹਰ ਸਾਲ ਕਿੰਨੇ ਲੋਕ ਆਈਲੈਟਸ ਦਾ ਪੇਪਰ ਦਿੰਦੇ ਨੇ? ਆਈਲੈਟਸ ਨੂੰ ਕਿਸ ਯੂਨੀਵਰਸਿਟੀ ਨੇ ਤਿਆਰ ਕੀਤਾ ਹੈ? ਆਈਲੈਟਸ ਦਾ ਪੇਪਰ ਦੇਣ ਲਈ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? ਤੁਸੀਂ ਕਿਵੇਂ ਘਰ ਬੈਠੇ ਆਪਣਾ ਆਈਲੈਟਸ ਦਾ ਪੇਪਰ ਆਪ ਭਰ ਸਕਦੇ ਹੋ? ਅਜਿਹੀ ਆਈਲੈਟਸ ਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜਟ ਟੀਵੀ। ਜੇਕਰ ਤੁਸੀਂ ਅਬਰੋਡ ਦੇ ਵਿੱਚ ਜਾ ਕੇ ਸਟੱਡੀ ਜਾਂ ਜੌਬ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੇ ਲਈ ਇੰਗਲਿਸ਼ ਲੈਂਗੁਏਜ ਟੈਸਟ ਕਲੀਅਰ ਕਰਨਾ ਪਵੇਗਾ ਜਿਸ ਦਾ ਨਾਮ ਆਈਲੈਟਸ ਹੈ। ਜਾਨੀ ਕਿ ਆਈਲੈਟਸ ਇਸ ਦੁਨੀਆ ਦਾ ਸਭ ਤੋਂ ਜ਼ਿਆਦਾ ਪਪੂਲਰ ਇੰਗਲਿਸ਼ ਲੈਂਗੁਏਜ ਟੈਸਟ ਹੈ। ਇਸ ਦਾ ਅੰਦਾਜ਼ਾ ਤੁਹਾਨੂੰ ਇੱਥੋਂ ਹੀ ਹੋ ਜਾਵੇਗਾ ਕਿ ਹਰ ਸਾਲ 2 ਮਿਲੀਅਨ ਤੋਂ ਜ਼ਿਆਦਾ ਲੋਕ ਇਹ ਟੈਸਟ ਨੂੰ ਦਿੰਦੇ ਨੇ। ਪਿਛਲੇ 25 ਸਾਲਾਂ ਤੋਂ ਜ਼ਿਆਦਾ ਸਮੇਂ ਦੇ ਵਿੱਚ ਇਹ ਟੈਸਟ ਇੰਗਲਿਸ਼ ਲੈਂਗੁਏਜ ਸਕਿੱਲ ਟੈਸਟਿੰਗ ਦੇ ਵਿੱਚ ਨੰਬਰ 1 ਬਣਿਆ ਹੋਇਆ ਹੈ। ਇਸ ਲਈ 10,000 ਤੋਂ ਜ਼ਿਆਦਾ ਆਰਗੇਨਾਈਜੇਸ਼ਨ ਆਈਲੈਟਸ ਸਕੋਰ ਨੂੰ ਇੰਗਲਿਸ਼ ਦੇ ਪ੍ਰੂਫ ਦੇ ਵਿੱਚ ਲੈਂਦੀਆਂ ਨੇ। ਇਸੇ ਦੌਰਾਨ ਅਸੀਂ ਵੀ ਤੁਹਾਨੂੰ ਇਸ ਕੋਰਸ ਬਾਰੇ ਕੁਝ ਜਾਣਕਾਰੀਆਂ ਦੇਣ ਲੱਗੇ ਹਾਂ। ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਆਈਲੈਟਸ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਜਾਣਕਾਰੀਆਂ ਦੇਵਾਂਗੇ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਦੀ ਫੁੱਲ ਫਾਰਮ ਕੀ ਹੈ। ਆਈਲੈਟਸ ਦੀ ਫੁੱਲ ਫਾਰਮ ਹੈ ਜੀ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ। ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਟੈਸਟ ਕਿਸ ਪਰਪਸ ਲਈ ਤਿਆਰ ਕੀਤਾ ਗਿਆ ਹੈ। ਆਈਲੈਟਸ ਕੈਂਡੀਡੇਟ ਦੀ ਇੰਗਲਿਸ਼ ਲੈਂਗੁਏਜ ਲੈਬਿਲਿਟੀ ਨੂੰ ਚੈੱਕ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਜਿਹੜੇ ਸਟੱਡੀ ਜਾਂ ਜੌਬ ਦੇ ਲਈ ਉਹ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਹਨ ਜਿੱਥੇ ਕਮਿਊਨੀਕੇਸ਼ਨ ਦੇ ਲਈ ਇੰਗਲਿਸ਼ ਲੈਂਗੁਏਜ ਨੂੰ ਵਰਤਿਆ ਜਾਂਦਾ ਹੈ। ਉਦਾਹਰਨ ਦੇ ਲਈ ਜਿਵੇਂ ਤੁਸੀਂ ਕੈਨੇਡਾ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ, ਅਜਿਹੇ ਵਿੱਚ ਤੁਹਾਡਾ ਆਈਲੈਟਸ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਇਹ ਰੂਲ ਹੋਰ ਵੀ ਕਈ ਦੇਸ਼ਾਂ ਦੀ ਯੂਨੀਵਰਸਿਟੀਆਂ ਦੇ ਵਿੱਚ ਲਾਗੂ ਹੁੰਦਾ ਹੈ। ਹੁਣ ਸਵਾਲ ਇਹ ਆਉਂਦਾ ਹੈ ਕਿ ਆਈਲੈਟਸ ਤੁਸੀਂ ਕਦੋਂ ਕਲੀਅਰ ਕਰ ਸਕਦੇ ਹੋ? ਇਸ ਦਾ ਪਹਿਲਾ ਜਵਾਬ ਤਾਂ ਇਹ ਹੈ ਜਦੋਂ ਤੁਸੀਂ ਫੋਰਨ ਦੇ ਵਿੱਚ ਸਟੱਡੀ ਕਰਨ ਜਾਣਾ ਹੋਵੇ। ਇਸ ਦਾ ਦੂਜਾ ਜਵਾਬ ਇਹ ਹੈ ਕਿ ਜਦੋਂ ਤੁਸੀਂ ਫੋਰਨ ਦੇ ਵਿੱਚ ਜਾ ਕੇ ਜੌਬ ਕਰਨੀ ਹੋਵੇ। ਇਸ ਦਾ ਤੀਜਾ ਜਵਾਬ ਇਹ ਹੈ ਕਿ ਜਦੋਂ ਤੁਸੀਂ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਪ੍ਰਵਾਸ ਕਰਨ ਦੀ ਪਲੈਨਿੰਗ ਕਰ ਰਹੇ ਹੋਵੋ। ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, USA ਤੇ UK ਦੀ ਇਮੀਗ੍ਰੇਸ਼ਨ ਦੇ ਵਿੱਚ ਆਈਲੈਟਸ ਦਾ ਹੋਣਾ ਜ਼ਰੂਰੀ ਹੈ। ਆਈਲੈਟਸ ਦੀ ਜੇਕਰ ਗੱਲ ਕਰੀਏ ਤਾਂ ਆਈਲੈਟਸ ਇੰਗਲਿਸ਼ ਲੈਂਗੁਏਜ ਟੈਸਟ ਦੇ ਵਿੱਚ ਬਹੁਤ ਭਰੋਸੇਯੋਗ ਨਾਮ ਹੈ। ਆਈਲੈਟਸ ਟੈਸਟ ਨੂੰ ਕੈਂਬਰਿਜ ਯੂਨੀਵਰਸਿਟੀ ਦੇ ਐਕਸਪਰਟਸ ਨੇ ਤਿਆਰ ਕੀਤਾ ਹੈ। ਆਈਲੈਟਸ ਦੇ ਪੇਪਰ ਸਾਲ ਦੇ ਵਿੱਚ 48 ਦਿਨ ਲਏ ਜਾਂਦੇ ਨੇ, ਯਾਨੀ ਕਿ 1 ਮਹੀਨੇ ਦੇ ਵਿੱਚ 4 ਦਿਨ। ਇਸ ਦੇ ਟੈਸਟ ਸਕੋਰ ਨੂੰ ਜ਼ਿਆਦਾਤਰ ਆਰਗੇਨਾਈਜੇਸ਼ਨ ਐਕਸੈਪਟ ਕਰਦੀਆਂ ਨੇ। ਇਸ ਟੈਸਟ ਦੇ ਵਿੱਚ ਫੇਸ ਟੂ ਫੇਸ ਇੰਟਰੈਕਸ਼ਨ ਹੁੰਦਾ ਹੈ। ਇਸ ਲਈ ਆਈਲੈਟਸ ਨੂੰ ਸਾਰੇ ਟੈਸਟਾਂ ਦੇ ਵਿੱਚੋਂ ਭਰੋਸੇਯੋਗ ਮੰਨਿਆ ਜਾਂਦਾ ਹੈ। ਆਈਲੈਟਸ ਟੈਸਟ ਦੇ ਲਈ ਜੇਕਰ ਮਿਨੀਮਮ ਰਿਕੁਆਇਰਮੈਂਟ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਲਈ ਉਮਰ ਹੋਣੀ ਚਾਹੀਦੀ ਹੈ 16 ਸਾਲ ਅਤੇ ਨਾਲ ਹੀ ਆਈਲੈਟਸ ਟੈਸਟ ਦੇਣ ਵਾਲੇ ਕੋਲ ਵੈਲਿਡ ਪਾਸਪੋਰਟ ਹੋਣਾ ਜ਼ਰੂਰੀ ਹੈ। ਇਹਨਾਂ ਦੋਨਾਂ ਦੇ ਵਿੱਚੋਂ ਇੱਕ ਵੀ ਕੰਡੀਸ਼ਨ ਪੂਰੀ ਨਾ ਹੋਣ ਤੇ ਤੁਸੀਂ ਇਹ ਟੈਸਟ ਨਹੀਂ ਦੇ ਸਕਦੇ। ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਦਾ ਟੈਸਟ ਕਿੰਨੀ ਵਾਰ ਦਿੱਤਾ ਜਾ ਸਕਦਾ ਹੈ। ਆਈਲੈਟਸ ਦਾ ਟੈਸਟ ਤੁਸੀਂ ਜਿੰਨੀ ਵਾਰ ਚਾਹੋ ਉਨੀ ਵਾਰ ਹੀ ਦੇ ਸਕਦੇ ਹੋ। ਜੇਕਰ ਗੱਲ ਕੀਤੀ ਜਾਵੇ ਇਸ ਟੈਸਟ ਦੀ ਵੈਲਿਡਿਟੀ ਦੀ ਤਾਂ ਇਹ ਟੈਸਟ 2 ਸਾਲ ਤੱਕ ਵੈਲਿਡ ਰਹਿੰਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਜੀ ਤੁਸੀਂ ਆਈਲੈਟਸ ਦਾ ਟੈਸਟ ਕਿਵੇਂ ਘਰ ਬੈਠੇ ਆਪਣੇ ਆਪ ਭਰ ਸਕਦੇ ਹੋ। ਯਾਨੀ ਕਿ ਇਸ ਟੈਸਟ ਦਾ ਰਜਿਸਟ੍ਰੇਸ਼ਨ ਪ੍ਰੋਸੈਸ ਕੀ ਹੈ। ਆਈਲੈਟਸ ਟੈਸਟ ਦੇ ਰਜਿਸਟ੍ਰੇਸ਼ਨ ਦੇ ਲਈ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਮੋਡ ਨੂੰ ਯੂਜ਼ ਕਰ ਸਕਦੇ ਹੋ ਜਾਂ ਫਿਰ ਨੇੜੇ ਦੇ IDB ਆਈਲੈਟਸ ਬ੍ਰਾਂਚ ਤੇ ਜਾ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਯਾਨੀ ਕਿ ਤੁਸੀਂ ਆਨਲਾਈਨ ਜਾਂ ਆਫਲਾਈਨ ਦੋਨੇ ਤਰੀਕਿਆਂ ਦੇ ਨਾਲ ਆਈਲੈਟਸ ਦਾ ਪੇਪਰ ਭਰ ਸਕਦੇ ਹੋ। ਰਜਿਸਟ੍ਰੇਸ਼ਨ ਫॉर ਟੈਸਟ ਆਪਸ਼ਨ ਨੂੰ ਤੁਸੀਂ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਕੰਪਿਊਟਰ ਬੇਸਡ ਜਾਂ ਪੇਪਰ ਬੇਸਡ ਟੈਸਟ ਦੇ ਵਿੱਚੋਂ ਇੱਕ ਆਪਸ਼ਨ ਸਿਲੈਕਟ ਕਰਨੀ ਪਵੇਗੀ। ਯਾਨੀ ਕਿ ਤੁਸੀਂ ਆਨਲਾਈਨ ਜਾਂ ਆਫਲਾਈਨ ਮੋਡ ਦੇ ਵਿੱਚੋਂ ਕੋਈ ਵੀ ਇੱਕ ਮੋਡ ਸਿਲੈਕਟ ਕਰ ਸਕਦੇ ਹੋ। ਦੋਨੇ ਹੀ ਆਪਸ਼ਨਾਂ ਦਾ ਪੈਟਰਨ ਬਿਲਕੁਲ ਇੱਕੋ ਜਿਹਾ ਹੁੰਦਾ ਹੈ। ਇਸ ਤੋਂ ਬਾਅਦ ਤੁਹਾਨੂੰ 2 ਮੋਡਿਊਲ ਦੇ ਆਪਸ਼ਨ ਮਿਲਦੇ ਨੇ, ਅਕੈਡਮਿਕ ਅਤੇ ਜਰਨਲ ਦੇ। ਅਕੈਡਮਿਕ ਟੈਸਟ ਉਹਨਾਂ ਦੇ ਲਈ ਹੁੰਦਾ ਹੈ ਜਿਹੜੇ ਹਾਇਰ ਐਜੂਕੇਸ਼ਨ ਦੇ ਲਈ ਅਬਰੋਡ ਜਾਣਾ ਚਾਹੁੰਦੇ ਨੇ ਤੇ ਅਜਿਹੇ ਪ੍ਰੋਫੈਸ਼ਨਲ ਜਿਹੜੇ ਅਬਰੋਡ ਦੇ ਵਿੱਚ ਵਰਕ ਅਪਰਚੂਨਿਟੀ ਦੇ ਲਈ ਜਾਣਾ ਚਾਹੁੰਦੇ ਨੇ। ਜਦਕਿ ਜਰਨਲ ਟੈਸਟ ਉਹਨਾਂ ਦੇ ਲਈ ਹੁੰਦਾ ਹੈ ਜਿਹੜੇ ਅਜਿਹੇ ਦੇਸ਼ ਦੇ ਵਿੱਚ ਵਸਣਾ ਚਾਹੁੰਦੇ ਨੇ ਜਿੱਥੇ ਇੰਗਲਿਸ਼ ਲੈਂਗੁਏਜ ਬੋਲੀ ਜਾਂਦੀ ਹੈ। ਯਾਨੀ ਕਿ ਇਹ ਮੋਡਿਊਲ ਮੋਸਟਲੀ ਇਮੀਗ੍ਰੇਸ਼ਨ ਕੇਸ ਦੇ ਵਿੱਚ ਹੀ ਅਪਲਾਈ ਹੁੰਦਾ ਹੈ। ਟੈਸਟ ਮੋਡਿਊਲ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਟੈਸਟ ਦੀ ਲੋਕੇਸ਼ਨ ਸਿਲੈਕਟ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਤੁਹਾਨੂੰ ਅਵੇਲੇਬਲ ਡੇਟ ਅਤੇ ਟਾਈਮ ਦੀ ਆਪਸ਼ਨ ਮਿਲ ਜਾਵੇਗੀ ਜਿਸ ਨੂੰ ਕਨਫਰਮ ਕਰਨ ਤੋਂ ਬਾਅਦ ਤੇ ਬਾਕੀ ਦੀ ਸਾਰੀ ਡਿਟੇਲ ਭਰਨ ਤੋਂ ਪਿੱਛੋਂ ਤੁਹਾਨੂੰ ਆਪਣੇ ਪਾਸਪੋਰਟ ਦੀ ਕਲਰ ਫੋਟੋ ਕਾਪੀ ਵੀ ਅਪਲੋਡ ਕਰਨੀ ਪਵੇਗੀ ਤੇ ਇਸ ਤੋਂ ਬਾਅਦ ਇਹ ਸਾਰਾ ਪ੍ਰੋਸੈਸ ਪੂਰਾ ਹੋ ਜਾਵੇਗਾ ਤੇ ਹੁਣ ਤੁਹਾਨੂੰ ਟੈਸਟ ਦੀ ਫੀਸ ਭਰਨੀ ਪਵੇਗੀ ਜੋ ਕਿ ਤਕਰੀਬਨ ਅੱਜ 14,000 ਦੇ ਆਸ-ਪਾਸ ਹੈ। ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਐਗਜ਼ਾਮ ਪੈਟਰਨ ਦੇ ਬਾਰੇ। ਆਈਲੈਟਸ ਐਗਜ਼ਾਮ ਦੇ ਵਿੱਚ 4 ਸੈਕਸ਼ਨ ਹੁੰਦੇ ਨੇ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ। ਆਈਲੈਟਸ ਦੇ ਐਗਜ਼ਾਮ ਦਾ ਟਾਈਮ 2 ਘੰਟੇ 45 ਮਿੰਟ ਹੁੰਦਾ ਹੈ। ਆਈਲੈਟਸ ਦੇ 2 ਪੈਟਰਨ ਯਾਨੀ ਕਿ ਅਕੈਡਮਿਕ ਤੇ ਜਰਨਲ, ਲਿਸਨਿੰਗ ਅਤੇ ਸਪੀਕਿੰਗ ਸੈਕਸ਼ਨ ਇੱਕੋ ਜਿਹੇ ਹੁੰਦੇ ਨੇ ਜਦਕਿ ਰੀਡਿੰਗ ਅਤੇ ਰਾਈਟਿੰਗ ਸੈਕਸ਼ਨ ਡਿਫਰੈਂਟ ਹੁੰਦੇ ਨੇ। ਆਈਲੈਟਸ ਸਪੀਕਿੰਗ ਦੇ ਵਿੱਚ ਕੈਂਡੀਡੇਟ ਦਾ ਐਗਜ਼ਾਮੀਨਰ ਦੇ ਨਾਲ ਫੇਸ ਟੂ ਫੇਸ ਸਾਹਮਣਾ ਹੁੰਦਾ ਹੈ। ਇਸ ਸੈਕਸ਼ਨ ਦੇ 3 ਪਾਰਟ ਹੁੰਦੇ ਨੇ ਤੇ ਹਰ ਪਾਰਟ ਰਿਕਾਰਡ ਕੀਤਾ ਜਾਂਦਾ ਹੈ। ਇਸ ਸੈਕਸ਼ਨ ਦਾ ਟੋਟਲ ਟਾਈਮ 11 ਤੋਂ 14 ਮਿੰਟ ਹੁੰਦਾ ਹੈ। ਆਈਲੈਟਸ ਲਿਸਨਿੰਗ ਸੈਕਸ਼ਨ ਦੇ ਵਿੱਚ ਕੈਂਡੀਡੇਟ ਨੂੰ ਨੇਟਿਵ ਇੰਗਲਿਸ਼ ਸਪੀਕਰ ਦੀਆਂ 4 ਰਿਕਾਰਡਿੰਗਾਂ ਸੁਣ ਕੇ 40 ਸਵਾਲਾਂ ਦੇ ਜਵਾਬ ਦੇਣੇ ਹੁੰਦੇ ਨੇ। ਇਸ ਦੇ ਵਿੱਚ ਟਾਈਮ ਹੁੰਦਾ ਹੈ ਜੀ 30 ਮਿੰਟ। ਆਈਲੈਟਸ ਰੀਡਿੰਗ ਸੈਕਸ਼ਨ ਦੇ ਵਿੱਚ ਅਕੈਡਮਿਕ ਅਤੇ ਜਰਨਲ ਕੈਂਡੀਡੇਟ ਤੋਂ ਅਲੱਗ-ਅਲੱਗ ਕੁਐਸਚਨ ਪੁੱਛੇ ਜਾਂਦੇ ਨੇ ਤੇ ਦੋਵੇਂ ਹੀ ਪੈਟਰਨ ਦੇ ਵਿੱਚ ਕੈਂਡੀਡੇਟ ਨੂੰ 60 ਮਿੰਟਾਂ ਦੇ ਵਿੱਚ 40 ਸਵਾਲਾਂ ਦੇ
ਜਵਾਬ ਦੇਣੇ ਹੁੰਦੇ ਨੇ। ਆਈਲੈਟਸ ਰਾਈਟਿੰਗ ਸਿਸਟਮ ਅਕੈਡਮਿਕ ਅਤੇ ਜਰਨਲ ਕੈਂਡੀਡੇਟ ਦੇ ਲਈ ਇਸ ਸੈਕਸ਼ਨ ਦੇ ਵਿੱਚ 60 ਮਿੰਟ ਦੇ ਵਿੱਚ 2 ਰਾਈਟਿੰਗ ਟਾਸਕ ਅਟੈਂਪਟ ਕਰਨੇ ਹੁੰਦੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਦਾ ਬੈਂਡ ਸਕੋਰ ਕਿੰਨਾ ਹੁੰਦਾ ਹੈ। ਓਵਰਆਲ ਆਈਲੈਟਸ ਬੈਂਡ ਸਕੋਰ 1 ਤੋਂ 9 ਤੱਕ ਹੁੰਦਾ ਹੈ, ਜਿਸ ਦੇ ਵਿੱਚ 9 ਬੈਂਡ ਸਕੋਰ ਦਾ ਮਤਲਬ ਹੁੰਦਾ ਹੈ ਐਕਸਪਰਟ ਯੂਜ਼ਰ, 8 ਬੈਂਡ ਦਾ ਮਤਲਬ ਹੁੰਦਾ ਹੈ ਵੈਰੀ ਗੁੱਡ ਯੂਜ਼ਰ, 1 ਤੱਕ ਆਉਂਦੇ ਇਹ ਸਕੋਰ ਡਾਊਨ ਹੁੰਦਾ ਜਾਂਦਾ ਹੈ, ਯਾਨੀ ਕਿ 1 ਦਾ ਮਤਲਬ ਹੁੰਦਾ ਹੈ ਨੌਨ ਯੂਜ਼ਰ। ਓਵਰਆਲ ਬੈਂਡ ਸਕੋਰ ਦੇ ਵਿੱਚ ਆਈਲੈਟਸ ਦਾ ਮਿਨੀਮਮ ਸਕੋਰ 6.1 ਹੁੰਦਾ ਹੈ। ਅਲੱਗ-ਅਲੱਗ ਦੇਸ਼ਾਂ ਦੇ ਅਕੋਰਡਿੰਗ ਆਈਲੈਟਸ ਦੇ ਸਕੋਰ ਵੀ ਬਦਲਦੇ ਰਹਿੰਦੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਦਾ ਰਿਜ਼ਲਟ ਕਿੰਨੇ ਟਾਈਮ ਦੇ ਵਿੱਚ ਆ ਜਾਂਦਾ ਹੈ। ਆਈਲੈਟਸ ਦਾ ਰਿਜ਼ਲਟ ਟੈਸਟ ਦੇ 13 ਦਿਨਾਂ ਦੇ ਅੰਦਰ ਆ ਜਾਂਦਾ ਹੈ। ਇਹ ਟੈਸਟ ਕਿੱਥੋਂ ਕੀਤਾ ਜਾਂਦਾ ਹੈ? ਇਸ ਦਾ ਜਵਾਬ ਇਹ ਹੈ ਕਿ ਆਈਲੈਟਸ ਦੇ ਟੈਸਟ ਸੈਂਟਰ ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਨੇ। ਇਸ ਦੇ 500 ਸੈਂਟਰ ਨੇ ਤੇ ਪੂਰੀ ਦੁਨੀਆ ਦੇ 120 ਦੇਸ਼ਾਂ ਦੇ ਵਿੱਚ ਇਹ ਮੌਜੂਦ ਨੇ। ਇਸ ਦੀ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਆਪਣੇ ਸੈਂਟਰ ਦਾ ਪਤਾ ਲਗਾ ਸਕਦੇ ਹੋ। ਇਸ ਤੇ ਇੰਡੀਆ ਦੇ ਵਿੱਚ ਅਹਿਮਦਾਬਾਦ, ਹੈਦਰਾਬਾਦ, ਨਵੀਂ ਮੁੰਬਈ, ਪੂਨੇ, ਨਵੀਂ ਦਿੱਲੀ, ਜੈਪੁਰ, ਦੇਹਰਾਦੂਨ, ਕਲਕੱਤਾ, ਚੰਡੀਗੜ੍ਹ ਸਣੇ ਇੰਡੀਆ ਦੇ 50 ਸ਼ਹਿਰਾਂ ਦੇ ਵਿੱਚ ਤੁਹਾਨੂੰ ਟੈਸਟਿੰਗ ਸੈਂਟਰ ਮਿਲ ਜਾਣਗੇ। ਇਸ ਟੈਸਟ ਦੀ ਤਿਆਰੀ ਦੇ ਲਈ ਤੁਸੀਂ ਪ੍ਰੈਕਟਿਸ ਟੈਸਟ ਡਾਊਨਲੋਡ ਕਰ ਸਕਦੇ ਹੋ। ਇਸ ਦੀ ਜ਼ਿਆਦਾ ਜਾਣਕਾਰੀ ਲਈ ਤੁਸੀਂ ieltsidpindia.com ਤੇ ਜਾ ਸਕਦੇ ਹੋ। ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਆਈਲੈਟਸ ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਉਮੀਦ ਕਰਦੇ ਹਾਂ ਕਿ ਇਸ ਦੇ ਨਾਲ ਤੁਹਾਨੂੰ ਕਾਫੀ ਹੈਲਪ ਮਿਲੇਗੀ। ਧੰਨਵਾਦ।